हाँ जी बेटे, ਅੱਜ ਅਸੀਂ 10+1 ਦਾ ਸਿਲੇਬਸ ਦੇਖਾਂਗੇ। ਪਿਛਲੇ ਸਾਲ ਨਾਲੋਂ ਸਿਲੇਬਸ ਜਿਹੜਾ ਹੈ ਚੇਂਜ ਹੋ ਗਿਆ। ਹੁਣ ਜਿਹੜਾ ਸਿਲੇਬਸ ਹੈ ਆਰਟਸ ਔਰ ਕਮਰਸ ਲਈ ਸੇਮ ਸਿਲੇਬਸ ਹੋ ਗਿਆ। ਜਿਹੜਾ ਪਹਿਲਾਂ +1 ਦਾ ਕਮਰਸ ਦਾ ਸਿਲੇਬਸ ਸੀਗਾ, ਹੁਣ ਆਰਟਸ ਦਾ ਵੀ ਉਹੀ ਕਰ ਦਿੱਤਾ ਹੈ। ਇਹਦੇ ਵਿੱਚ ਸਿਲੇਬਸ ਦੇ ਵਿੱਚ ਜਿਹੜਾ ਤੁਹਾਡਾ ਪੇਪਰ ਹੈ, ਪੇਪਰ ਤੁਹਾਡਾ 80 ਨੰਬਰ ਦਾ ਪੇਪਰ ਆਏਗਾ। 80 ਨੰਬਰ ਦਾ ਪੇਪਰ ਆਏਗਾ, ਜਿਹਦੇ ਵਿੱਚ 20 ਨੰਬਰ ਪ੍ਰੋਜੈਕਟ ਵਰਕ, ਇੱਕ ਪ੍ਰੋਜੈਕਟ ਵਰਕ ਹੋਏਗਾ ਜਿਹਦੇ ਤੋਂ ਤੁਸੀਂ ਗ੍ਰਾਫਸ, ਕੋਈ ਡਾਟਾ ਜਾਂ ਕੁਝ ਵੀ ਆਪਣਾ ਪ੍ਰੋਜੈਕਟ ਲੈ ਕੇ ਉਹਨੂੰ ਬਣਾਉਣਾ ਹੈ। ਅਤੇ ਟੋਟਲ 100 ਮਾਰਕਸ ਦਾ ਤੁਹਾਡਾ ਜਿਹੜਾ ਹੈਗਾ ਇਹ ਫਾਈਨਲ ਐਗਜ਼ਾਮ ਜਿਹੜਾ ਆਏਗਾ। ਕਿਉਂਕਿ ਇਸ ਟਾਈਮ ਕੋਵਿਡ ਕਰਕੇ ਸਮੱਸਿਆ ਚੱਲ ਰਹੀ ਹੈ, ਘਰ ਬੈਠੇ ਪੜ੍ਹਨਾ ਪੈ ਰਿਹਾ, ਅਤੇ ਮੈਨੂੰ ਸੀਗਾ ਕਿ ਤੁਹਾਨੂੰ ਮੈਂ ਇੱਕ ਵੀਡੀਓ ਬਣਾ ਕੇ ਭੇਜ ਦਿੰਦਾ ਜਿਹਦੇ ਨਾਲ ਤੁਹਾਨੂੰ ਸਿਲੇਬਸ ਬਾਰੇ ਪਤਾ ਲੱਗ ਜਾਏਗਾ। ਸਿਲੇਬਸ ਦੇ ਵਿੱਚ ਉਹਨਾਂ ਨੇ ਜੋ ਇਸ ਵਾਰ ਚੇਂਜਸ ਕੀਤੇ ਆ, ਪਹਿਲਾ ਸਿਲੇਬਸ ਹੁੰਦਾ ਸੀ ਇੰਡੀਅਨ ਇਕੋਨਮੀ ਐਂਡ ਸਟੈਟਿਸਟਿਕਸ। ਹੁਣ ਜਿਹੜੀ ਚੇਂਜ ਆਈ ਹੈ ਇਹਦੇ ਵਿੱਚ ਸਭ ਤੋਂ ਪਹਿਲਾ ਪੋਰਸ਼ਨ ਹੈਗਾ ਮਾਈਕਰੋ ਇਕਨੋਮਿਕਸ ਇੰਟਰੋਡਕਟਰੀ ਜਿਹੜਾ ਹੈਗਾ ਮਾਈਕਰੋ ਇਕਨੋਮਿਕਸ ਹੈ। ਮਾਈਕਰੋ ਇਕਨੋਮਿਕਸ ਇਹਦੇ ਵਿੱਚ ਤੁਹਾਨੂੰ ਥੋੜ੍ਹਾ ਪੋਰਸ਼ਨ ਹੈ ਮਾਈਕਰੋ ਇਕਨੋਮਿਕਸ ਦੀ ਇੰਟਰੋਡਕਸ਼ਨ, ਕੰਜ਼ਿਊਮਰਸ ਇਕਲਿਬਰੀਅਮ ਐਂਡ ਡਿਮਾਂਡ, producers behavior and supply, forms of market and price determination under perfect competition with simple application। ਇਹਦੇ ਵਿੱਚ ਜਿਹੜਾ ਤੁਹਾਡਾ ਹੈਗਾ ਕਿ ਇੰਟਰੋਡਕਸ਼ਨ ਕਿ ਮਾਈਕਰੋ ਇਕਨੋਮਿਕਸ ਹੁੰਦਾ ਕੀ ਹੈ। ਮਾਈਕਰੋ ਇਕਨੋਮਿਕਸ ਦੇ ਵਿੱਚ ਉਸ ਤੋਂ ਬਾਅਦ ਕੰਜ਼ਿਊਮਰਸ ਇਕਲਿਬਰੀਅਮ ਅਤੇ ਡਿਮਾਂਡ, ਕਿ ਕੰਜ਼ਿਊਮਰ ਦਾ ਇਕਲਿਬਰੀਅਮ ਅਤੇ ਉਹਦੀ ਡਿਮਾਂਡ ਕਿਸ ਤਰ੍ਹਾਂ ਡਿਟਰਮਿਨ ਕੀਤੀ ਜਾਂਦੀ ਹੈ। ਫਿਰ ਕੰਜ਼ਿਊਮਰ ਦੇ ਨਾਲ ਪ੍ਰੋਡਿਊਸਰ ਜਿਹੜਾ ਪ੍ਰੋਡਿਊਸ ਕਰਦਾ ਉਹਦਾ ਬਿਹੇਵੀਅਰ ਅਤੇ ਸਪਲਾਈ ਵੀ ਇਹਦੇ ਵਿੱਚ ਕੀਤੀ ਜਾਏਗੀ, ਮਤਲਬ ਡਿਮਾਂਡ ਐਂਡ ਸਪਲਾਈ ਦੋਨੋਂ ਹੀ ਆਉਣਗੇ। ਉਸ ਤੋਂ ਬਾਅਦ ਆ ਗਿਆ ਮਾਰਕੀਟ ਦੀਆਂ ਫਾਰਮਸ, ਕਿੰਨੇ ਤਰ੍ਹਾਂ ਦੀ ਮਾਰਕੀਟ ਹੁੰਦੀਆਂ, ਅਤੇ ਡਿਟਰਮੀਨੇਸ਼ਨ ਅੰਡਰ ਪਰਫੈਕਟ ਕੰਪੀਟੀਸ਼ਨ, ਜਿਹੜਾ ਪਰਫੈਕਟ ਕੰਪੀਟੀਸ਼ਨ ਦੀ ਮਾਰਕੀਟ ਦੀ ਡਿਟਰਮੀਨੇਸ਼ਨ ਕਿੱਦਾਂ ਹੁੰਦੀ ਹੈ। ਇਹ ਤੁਹਾਡੀ ਹੈਗੀ ਹੈ ਮਾਈਕਰੋ ਇਕਨੋਮਿਕਸ। ਉਸ ਤੋਂ ਬਾਅਦ ਆ ਗਿਆ ਤੁਹਾਡਾ ਸੈਕੰਡ B ਪਾਰਟ, ਜਿਹਨੂੰ ਆਪਾਂ ਕਹਿੰਦੇ ਹਾਂ ਸਟੈਟਿਸਟਿਕਸ ਫॉर ਇਕਨੋਮਿਕਸ, ਕਿ ਜਿਹੜੇ ਸਟੈਟ ਦਾ ਪੋਰਸ਼ਨ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਲਈਦਾ, ਉਹ ਤੁਹਾਡਾ ਪੋਰਸ਼ਨ ਜਿਹੜਾ ਹੈਗਾ ਉਹ ਇਹਦੇ 'ਚ ਆ ਜਾਣਾ। ਇਹਦੇ ਵਿੱਚ ਕੀ ਹੈ, ਇੰਟਰੋਡਕਸ਼ਨ, ਸਟੈਟਿਸਟਿਕਸ ਦੀ ਇੰਟਰੋਡਕਸ਼ਨ ਕੀ ਹੁੰਦਾ, ਕੀ ਹੈ, ਕਹਿੰਦੇ ਕਿਹਨੂੰ ਹੈ। ਉਸ ਤੋਂ ਬਾਅਦ ਕੁਲੈਕਸ਼ਨ, ਜਿਹੜਾ ਅਸੀਂ ਡਾਟਾ ਕੁਲੈਕਟ ਕਰਦੇ ਹਾਂ ਉਹਦੀ ਕੁਲੈਕਸ਼ਨ ਕਿੱਦਾਂ ਹੁੰਦੀ ਹੈ, ਉਹਦੀ ਔਰਗਨਾਈਜੇਸ਼ਨ ਕਿੱਦਾਂ ਹੁੰਦੀ ਹੈ, ਅਤੇ ਉਹਦੀ ਪ੍ਰੈਜੈਂਟੇਸ਼ਨ ਉਹਦੀ ਡਾਟੇ ਦੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਸੈਕਿੰਡ ਪੋਰਸ਼ਨ ਹੈ ਇਹਦਾ ਸਟੈਟਿਸਟੀਕਲ ਟੂਲਸ ਐਂਡ ਇੰਟਰਪ੍ਰੀਟੇਸ਼ਨ, ਕਿ ਜਿਹੜੇ ਸਟੈਟਿਸਟੀਕਲ ਟੂਲਸ ਹੈਗੇ ਕਿਹੜੇ ਕਿਹੜੇ ਇਹਦੇ 'ਚ ਲਗਾਏ ਜਾ ਸਕਦੇ ਹਨ ਅਤੇ ਉਹਦੀ ਇੰਟਰਪ੍ਰੀਟੇਸ਼ਨ ਕਿੱਦਾਂ ਕੀਤੀ ਜਾ ਸਕਦੀ ਹੈ। ਤੀਸਰਾ ਮੇਜਰ ਆਫ ਡਿਸਪਰਸ਼ਨ, ਪਹਿਲਾਂ ਹੁੰਦਾ ਸੀ ਮੇਜਰ ਆਫ ਸੈਂਟਰ ਟੈਂਡੈਂਸੀ, ਇਸ ਵਾਰ ਇਹਨਾਂ ਨੇ ਮੇਜਰ ਆਫ ਡਿਸਪਰਸ਼ਨ ਪਾ ਦਿੱਤਾ। ਮੇਜਰ ਆਫ ਡਿਸਪਰਸ਼ਨ ਇਹਦੇ 'ਚ ਹੋਏਗਾ। ਉਸ ਤੋਂ ਬਾਅਦ ਜਿਹੜਾ ਮੇਜਰ ਆਫ ਡਿਸਪਰਸ਼ਨ ਹੈ, ਇਹਦੇ ਵਿੱਚ ਤੁਹਾਡਾ B ਪਾਰਟ ਦੇ ਵਿੱਚ ਤੁਸੀਂ ਇੱਥੇ ਦੇਖੋ, ਇਹਦੇ ਵਿੱਚ ਜਿਹੜਾ ਚੈਪਟਰ ਦਿੱਤਾ ਹੈ ਕੁਲੈਕਸ਼ਨ, ਆਰਗੇਨਾਈਜੇਸ਼ਨ ਐਂਡ ਪ੍ਰੈਜੈਂਟੇਸ਼ਨ ਆਫ ਡਾਟਾ। ਜਿਹੜਾ ਸਟੈਟਿਸਟੀਕਲ ਟੂਲਸ ਐਂਡ ਇੰਟਰਪ੍ਰੀਟੇਸ਼ਨ ਹੈਗੀ ਆ, ਇਹਦੇ ਵਿੱਚ ਮੇਜਰ ਆਫ ਸੈਂਟਰ ਟੈਂਡੈਂਸੀ ਜੋ ਤੁਹਾਡਾ ਟੌਪਿਕ ਹੈ, ਇਹਨੂੰ ਅੱਜ ਅਸੀਂ ਸ਼ੁਰੂ ਕਰਨਾ। ਮੇਜਰ ਆਫ ਡਿਸਪਰਸ਼ਨ ਤੁਹਾਨੂੰ ਬਾਅਦ 'ਚ ਫਿਰ ਦੱਸਾਂਗਾ ਕੀ ਹੋਏਗਾ। ਇਹ ਜਿਹੜਾ ਇਹਦਾ ਸਿਲੇਬਸ ਹੈ ਮਾਈਕਰੋ ਇਕਨੋਮਿਕਸ 'ਚੋਂ ਤੁਹਾਡਾ 40 ਨੰਬਰ ਦਾ ਆਏਗਾ ਮਾਈਕਰੋ ਇਕਨੋਮਿਕਸ 'ਚੋਂ, ਅਤੇ 40 ਨੰਬਰ ਦਾ ਤੁਹਾਡਾ ਆਏਗਾ B ਪਾਰਟ ਸਟੈਟਿਸਟੀਕਲ ਇਕਨੋਮਿਕਸ 'ਚੋਂ। 80 ਨੰਬਰ ਦਾ ਤੁਹਾਡਾ ਪੇਪਰ ਆਏਗਾ, ਅਤੇ 20 ਨੰਬਰ ਦੇ ਤੁਹਾਡੇ ਜਿਹੜੇ ਹੋਣਗੇ ਇੰਟਰਨਲ ਪ੍ਰੋਜੈਕਟ ਹੋਏਗਾ, ਜਿਹੜਾ ਤੁਹਾਨੂੰ ਅਸਾਈਨ ਕੀਤਾ ਜਾਏਗਾ, ਜਿਹੜਾ ਤੁਸੀਂ ਡਾਟਾ ਕਲੈਕਟ ਕਰਕੇ ਉਹਦੇ ਗ੍ਰਾਫਸ ਜਾਂ ਕੁਛ ਉਹਦੀ ਤੁਸੀਂ ਕਰਨਾ, ਤੁਹਾਨੂੰ ਬਾਅਦ 'ਚ ਦੱਸ ਦਿੱਤਾ ਜਾਏਗਾ। ਮਾਈਕਰੋ ਇਕਨੋਮਿਕਸ ਦਾ ਮੈਂ ਪੋਰਸ਼ਨ ਇਸ ਲਈ ਨਹੀਂ ਸ਼ੁਰੂ ਕਰ ਰਿਹਾ ਕਿਉਂਕਿ ਉਹਦੇ ਲਈ ਪਰਸਨਲ ਇੰਟਰੈਕਸ਼ਨ ਦੀ ਲੋੜ ਪੈਣੀ ਹੈ, ਕਿਉਂਕਿ ਜਦੋਂ ਅਸੀਂ ਕਲਾਸਿਸ ਸ਼ੁਰੂ ਕਰਾਵਾਂਗੇ ਤੁਹਾਨੂੰ ਉਦੋਂ ਕਰਾਤਾ ਜਾਏਗਾ। ਸਟੈਟ ਦਾ ਪੋਰਸ਼ਨ ਮੈਂ ਇਸ ਲਈ ਸ਼ੁਰੂ ਕਰ ਰਿਹਾ ਕਿਉਂਕਿ ਜਿਹੜਾ 10th ਦੇ ਵਿੱਚ ਤੁਸੀਂ ਮੇਜਰ ਆਫ ਸੈਂਟਰਲ ਟੈਂਡੈਂਸੀ ਜਿਹੜਾ ਹੈ ਉਹ ਕੀਤਾ ਹੋਇਆ, ਉਹਦੇ 'ਚੋਂ ਹੀ ਅਸੀਂ ਥੋੜ੍ਹੇ ਕੁਐਸਚਨ ਸਟਾਰਟ ਕਰਾਂਗੇ ਆਪਣੇ ਹਿਸਾਬ ਨਾਲ 10th ਵਾਲਾ ਮੈਥਡ ਲੈ ਕੇ। ਲੇਕਿਨ ਉਹਦੇ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਜਿਹੜਾ ਮੇਜਰ ਆਫ ਸੈਂਟਰਲ ਟੈਂਡੈਂਸੀ ਹੈ, ਇਹਦੇ ਲਈ ਆਪਾਂ ਨੂੰ ਜਿਹੜੀ ਜਾਣਨ ਦੀ ਜ਼ਰੂਰਤ ਹੈ, ਇਹਦੇ ਵਿੱਚ 3 ਚੀਜ਼ਾਂ ਆਉਣੀਆਂ। ਮੇਜਰ ਆਫ ਸੈਂਟਰ ਟੈਂਡੈਂਸੀ ਦੇ ਵਿੱਚ ਕਿਹੜੀਆਂ 3 ਚੀਜ਼ਾਂ ਆਉਣੀਆਂ, ਇਹਦੇ ਵਿੱਚ ਆਉਣੀ ਮੀਨ, ਮੀਡੀਅਨ, ਮੋਡ। ਮੀਨ ਦੇ ਲਈ ਜਿਹੜਾ ਐਬਰੀਵੇਸ਼ਨ ਅਸੀਂ ਯੂਜ਼ ਕਰਦੇ ਹਾਂ XY, ਮੀਡੀਅਨ ਲਈ M, ਮੋਡ ਲਈ Z।
ठीक है जी। अज असी स्टार्ट करांगे। सब तो पहला असी देखांगे सीरीज किन्ने तरह दी हुंदियां। सीरीज लड़ियां जिन्हों कहने आपां सीरीज। सीरीज जिहड़ियां हैगियां साडियां सीरीज तीन तरह दियां। सब तो पहले आपां देखांगे इंडिविजुअल सीरीज जिन्हों आपां व्यक्तिगत लड़ी पंजाबी च बोलदे हां। दूसरी तुहाडी आ गई डिस्क्रीट सीरीज। डिस्क्रीट सीरीज जिन्हों आपां पंजाबी दे विच खंडित लड़ी कहने आ। तीसरी तुहाडी आ जाएगी कंटिन्यू सीरीज जिन्हों असी पंजाबी दे विच अखंडित लड़ी कहने आ। सब तो पहला असी आपां करांगे व्यक्तिगत लड़ी। जिहड़ी व्यक्तिगत लड़ी की चीज़ है? व्यक्तिगत लड़ी असी किसी भी लड़ी नूं किद्दां पछाणना कि वो व्यक्तिगत लड़ी है। ਉਹਦੇ ਵਿੱਚ कुछ नहीं दिता होएगा, सिर्फ ਆਪਾਂ ਨੂੰ ਕੋਲ x ਦਿੱਤਾ ਹੋਏਗਾ। ਜਿੱਦਾਂ x ਬਰਾਬਰ ਹੈ 2 4 6 8 10 ਸਿੰਪਲ ਦਿੱਤਾ ਹੋਇਆ। ਇਹਦੇ ਨੂੰ ਆਪਾਂ ਕਹਿੰਦੇ ਆ ਵਿਅਕਤੀਗਤ ਲੜੀ। ਜਿਹੜੀ ਖੰਡਿਤ ਇਹਨੂੰ ਆਪਾਂ ਇੰਗਲਿਸ਼ 'ਚ ਇੰਡੀਵਿਜੂਅਲ ਸੀਰੀਜ਼ ਕਹਿ ਲੈਂਦੇ। ਦੂਸਰੀ ਹੈ ਸਾਡੀ ਖੰਡਿਤ ਲੜੀ। ਖੰਡਿਤ ਲੜੀ ਕੀ ਹੁੰਦੀ ਹੈ? ਖੰਡਿਤ ਲੜੀ ਹੁੰਦੀ ਹੈ ਜਿਹਦੇ ਵਿੱਚ x ਦੇ ਨਾਲ ਨਾਲ ਫਰੀਕੁਐਂਸੀ ਵੀ ਹੁੰਦੀ ਹੈ ਕਿ x ਜੇ 2 4 6 8 10 ਹੈ, ਇਹਦੀ ਫਰੀਕੁਐਂਸੀ ਜਿੱਦਾਂ 1 3 5 7 9 ਇਹ ਫਰੀਕੁਐਂਸੀ ਨਾਲ ਇਹਦੇ ਦਿੱਤੀ ਹੁੰਦੀ ਹੈ। ਇਹਨੂੰ ਅਸੀਂ ਕਹਿੰਦੇ ਆ ਖੰਡਿਤ ਲੜੀ, ਜਿਹਨੂੰ ਆਪਾਂ ਕਹਿੰਦੇ ਡਿਸਕ੍ਰੀਟ ਸੀਰੀਜ਼। ਉਸ ਤੋਂ ਬਾਅਦ ਥਰਡ ਆ ਗਿਆ ਤੁਹਾਡਾ ਅਖੰਡਿਤ ਲੜੀ। ਅਖੰਡਿਤ ਲੜੀ ਕੀ ਹੁੰਦੀ ਹੈ? ਅਖੰਡਿਤ ਲੜੀ ਜਿਹੜੀ ਤੁਹਾਡੀ ਹੁੰਦੀ ਹੈ ਜਿਹਨੂੰ ਕੰਟੀਨਿਊ ਸੀਰੀਜ਼ ਕਿਹਾ ਜਾਂਦਾ। ਇਹਦਾ ਤੇ ਡਿਸਕ੍ਰੀਟ ਸੀਰੀਜ਼ ਦਾ ਸਿਰਫ ਇੰਨਾ ਫਰਕ ਹੈ ਕਿ ਇਹਦੇ ਵਿੱਚ ਕਲਾਸ ਇੰਟਰਵਲ ਦਿੱਤੇ ਜਾਂਦੇ ਆ। CI ਜਿਹਨੂੰ ਆਪਾਂ ਕਹਿੰਦੇ ਆ, ਇਹਨੂੰ ਆਪਾਂ ਕਹਿੰਦੇ ਆ ਕਲਾਸ ਇੰਟਰਵਲਸ, ਕਿ ਦੋ ਜਿਹੜੇ ਕਲਾਸ ਦਿੱਤੀ ਆ ਉਹਨਾਂ ਵਿੱਚ ਇੰਟਰਵਲਸ ਹੁੰਦਾ, ਜਿੱਦਾਂ 0 ਤੋਂ 10 10 ਤੋਂ 20 20 ਤੋਂ 30 30 ਤੋਂ 40। ਇਹਦੇ ਨਾਲ ਤੁਹਾਨੂੰ ਫਰੀਕੁਐਂਸੀ ਦਿੱਤੀ ਹੋਏਗੀ ਕਲਾਸ ਇੰਟਰਵਲ। ਉਸ ਤੋਂ ਬਾਅਦ ਤੁਹਾਨੂੰ ਫਰੀਕੁਐਂਸੀ ਦਿੱਤੀ ਹੋਈ 2 4 5 3 ਕੋਈ ਵੀ ਤੁਹਾਨੂੰ ਫਰੀਕੁਐਂਸੀ ਦਿੱਤੀ ਹੋਏਗੀ। ਠੀਕ ਹੈ ਜੀ। ਇਹ ਤਾਂ ਸਾਡੀਆਂ ਹੋ ਗਈਆਂ ਸੀਰੀਜ਼ ਤਿੰਨ ਤਰ੍ਹਾਂ ਦੀਆਂ ਹੈ। ਕੰਟੀਨਿਊ ਸੀਰੀਜ਼ ਦੇ ਅੱਗੋਂ ਵੀ ਇਹਦੇ ਵਿੱਚ ਹੈਗੀਆਂ ਅਲੱਗ ਤਰ੍ਹਾਂ ਦੀਆਂ, ਲੇਕਿਨ ਉਹ ਬਾਅਦ 'ਚੋਂ ਦੱਸਿਆ ਜਾਏਗਾ ਤੁਹਾਨੂੰ। ਮੈਂ ਸਿੰਪਲ ਜੋ ਅੱਜ ਇੱਕ ਮੈਥਡ ਕਰਾਉਣਾ ਚਾਹੁੰਦਾ ਕਿ ਮੈਨੂੰ ਇੱਕ ਵੀਡੀਓ ਵੀ ਬਹੁਤੀ ਲੰਬੀ ਨਾ ਹੋਏ, ਕਿ ਤੁਹਾਨੂੰ ਡਾਊਨਲੋਡ ਕਰਨ 'ਚ ਕੋਈ ਪ੍ਰੋਬਲਮ ਨਾ ਆਏ। ਅੱਜ ਅਸੀਂ ਕਰਨਾ x ਬਾਰ, ਜਿਹਨੂੰ ਆਪਾਂ ਕਹਿੰਦੇ ਆ ਮੀਨ ਦਾ ਵਿਅਕਤੀਗਤ ਲੜੀ ਦੇ ਵਿੱਚ ਵਰਤੋਂ ਕਿੱਦਾਂ ਹੁੰਦੀ ਹੈ। ਵਿਅਕਤੀਗਤ ਲੜੀ ਵਿੱਚ ਵਰਤੋਂ। ਠੀਕ ਹੈ ਜੀ। ਤੁਹਾਡਾ ਜਿਹੜਾ ਮੀਨ ਹੈ, ਮੀਨ ਦੇ ਵਿੱਚ ਜਦੋਂ ਅਸੀਂ ਮੀਨ ਕਰਨਾ ਹੈ, x ਬਾਰ ਅਸੀਂ ਕਰਨਾ ਹੈ, ਤਾਂ ਅਸੀਂ ਇਹਦਾ x ਬਾਰ ਦੇ ਕੱਢਣ ਦੇ 3 ਮੈਥਡ ਹੈ। ਪਹਿਲਾ ਆ ਗਿਆ ਡਾਇਰੈਕਟ ਮੈਥਡ, दूसरा आ गया शॉर्टकट मेथड, थर्ड आ गया ਤੁਹਾਡਾ स्टेप डेविएशन मैथड। ठीक है जी। ये ਤੁਹਾਡੇ 3 मैथड है, चंगी तरह देख लो। पहला आ गया डायरेक्ट मैथड, दूसरा शॉर्टकट मैथड, तीसरा आ गया स्टैप डेविएशन मैथड। ਹੁਣ ਅੱਜ ਅਸੀਂ ਸਭ ਤੋਂ ਪਹਿਲਾਂ ਕਰਨਾ ਵਿਅਕਤੀਗਤ ਲੜੀ ਵਿੱਚ ਡਾਇਰੈਕਟ ਮੈਥਡ ਅਸੀਂ ਕਿੱਦਾਂ ਯੂਜ਼ ਕਰਨਾ। ਤੁਹਾਨੂੰ ਇੱਕ ਲੜੀ ਦਿੱਤੀ ਹੋਈ ਹੈ ਵਿਅਕਤੀਗਤ ਲੜੀ x, ਜਿੱਦਾਂ 2 3 4 5 6। ਇਹ ਸਾਨੂੰ ਕਿੱਦਾਂ ਪਤਾ ਲੱਗਾ ਕਿ ਇਹ ਵਿਅਕਤੀਗਤ ਲੜੀ ਹੈ? ਕਿਉਂਕਿ ਇਹਦੇ ਨਾਲ ਫਰੀਕੁਐਂਸੀ ਨਹੀਂ ਦਿੱਤੀ ਹੋਈ ਹੈ। ਜੇ ਇਹਦੇ ਨਾਲ ਫਰੀਕੁਐਂਸੀ ਦਿੱਤੀ ਹੁੰਦੀ ਫਿਰ ਇਹ ਡਿਸਕ੍ਰੀਟ ਸੀਰੀਜ਼ ਸੀ, ਜਿਹਨੂੰ ਆਪਾਂ ਖੰਡਿਤ ਲੜੀ ਕਹਿੰਦੇ ਆ। ਇਹਦੇ ਵਿੱਚ ਫਰੀਕੁਐਂਸੀ ਨਹੀਂ ਦਿੱਤੀ ਹੈ। ਉਹਨੇ ਕਿਹਾ ਕਿ x ਬਾਰ ਪਤਾ ਕਰੋ। ਠੀਕ ਹੈ ਜੀ। ਇਹਦਾ ਫਾਰਮੂਲਾ ਕੀ ਹੈ? x ਬਾਰ इज इक्वल टू समेशन। ये ਜਿਹੜਾ ਸਿੰਬਲ ਹੈ ਇਹ ਸਮੇਸ਼ਨ ਦਾ ਸਿੰਬਲ ਹੈ। ਸਮੇਸ਼ਨ ਜਿਹਨੂੰ ਕਹਿੰਦੇ ਜੋੜ ਆਫ x ਬਟਾ n ਹੋ ਗਿਆ ਨੰਬਰ ਆਫ ਆਈਟਮਸ। x ਦਾ ਜੋੜ ਤੇ n ਬਰਾਬਰ ਹੈ ਨੰਬਰ ਆਫ ਆਈਟਮਸ। ਅਸੀਂ ਸਭ ਤੋਂ ਪਹਿਲਾਂ ਨੰਬਰ ਆਫ ਆਈਟਮਸ ਕਿੰਨੀਆਂ 1 2 3 4 5। n कितना आ गया 5। ਹੁਣ ਇਹਦਾ ਟੋਟਲ ਕਰੀਏ। ਸਮੇਸ਼ਨ x ਬਰਾਬਰ 6 ਤੇ 5 11 4 15 15 ਤੇ 5 20। ਫਾਰਮੂਲਾ ਸਾਡੇ ਕੋਲ ਕੀ ਹੈ? ਫਾਰਮੂਲਾ ਹੈ ਸਮੇਸ਼ਨ x ਬਟਾ n।
ਇਹ ਤੁਹਾਡਾ ਆ ਗਿਆ 20/5 ਕੱਟਿਆ ਗਿਆ 4, x ਬਾਰ ਕਿੰਨਾ ਆ ਗਿਆ 4 ਤੁਹਾਡਾ ਆਨਸਰ ਆ ਗਿਆ। ਇਹਨੂੰ ਆਪਾਂ ਇਸ ਤਰ੍ਹਾਂ ਸਵਾਲ ਕਰ ਸਕਦੇ ਹਾਂ। ਇਸ ਮੈਥਡ ਨੂੰ ਅਸੀਂ ਕਹਿੰਦੇ ਆ ਵਿਅਕਤੀਗਤ ਲੜੀ ਦਾ ਡਾਇਰੈਕਟ ਮੈਥਡ, ਕਿ ਡਾਇਰੈਕਟ ਅਸੀਂ ਮੈਥਡ ਜਿਹੜਾ ਇਹਦਾ ਅਪਲਾਈ ਕਰ ਦਿੱਤਾ। ਇਹਦੇ ਨਾਲ ਦੇ ਸਵਾਲ ਮੈਂ ਤੁਹਾਨੂੰ ਲਿਖਦਾ, ਤੁਸੀਂ ਕਰਕੇ ਮੈਨੂੰ ਦੱਸਣਾ ਕਿ ਇਹ ਸਵਾਲ ਹੋ ਗਿਆ। ਇਸ ਤੋਂ ਅਗਲਾ ਮੈਥਡ ਅਸੀਂ ਕੱਲ੍ਹ ਕਰਾਂਗੇ।